ਧੰਨ ਵਾਹਿਗੁਰੂ ਸਾਹਿਬ ਜੀਓ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਇਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਸਮਝਦਿਆਂ ਹੋਇਆਂ 10ਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਦੇ ਨਾਲ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਨੂੰ ਵਿਚਾਰਨ ਤੋਂ ਪਹਿਲਾਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਾਵਨ ਪੌੜੀ ਦੇ ਰਾਹੀਂ ਬੜੇ ਪਿਆਰੇ ਉਪਦੇਸ਼ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਸਾਧ ਸੰਗਤ ਜੀ ਪਿਛਲੇ ਦਿਨੀ ਵੀ ਇਹ ਬੇਨਤੀ ਕੀਤੀ ਸੀ ਕਿ ਬਾਣੀ ਦਾ ਜਿੰਨਾ ਵੀ ਗਿਆਨ ਹੈ, ਜਿੰਨਾ ਵੀ ਉਪਦੇਸ਼ ਹੈ, ਉਹ ਸਾਰਾ ਸਾਡੇ ਮਨ ਦੇ ਲਈ ਹੈ। ਮਨ ਹੈ ਵਿਚਾਰਾਂ ਦਾ ਇੱਕ ਸੰਗ੍ਰਹਿ। ਬਾਣੀ ਨੇ ਬਾਰ-ਬਾਰ ਇਸ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਹਦਾ ਕਾਰਨ ਇਹ ਹੈ ਕਿ ਮਨ ਜਿਹੜਾ ਹੈ ਉਹ ਸਾਡੇ ਇਸ ਸਰੀਰ ਦਾ ਡਰਾਈਵਰ ਹੈ
ਜਿੱਧਰ ਨੂੰ ਮਨ ਸਾਡੇ ਸਰੀਰ ਨੂੰ ਲੈ ਕੇ ਚੱਲੇਗਾ ਉਧਰ ਨੂੰ ਇਸ ਸਰੀਰ ਨੇ ਜਾਣਾ ਹੈ। ਜੇ ਮਨ ਇਸ ਸਰੀਰ ਨੂੰ ਮਾੜਿਆਂ ਕੰਮਾਂ ਵਾਲੇ ਪਾਸੇ ਲੈ ਕੇ ਜਾਵੇਗਾ ਤੇ ਇਸ ਸਰੀਰ ਨੇ ਮਾੜੇ ਕੰਮ ਕਰਨੇ ਨੇ। ਜੇ ਮਨ ਇਸ ਸਰੀਰ ਨੂੰ ਚੰਗਿਆਂ ਕੰਮਾਂ ਵਾਲੇ ਪਾਸੇ ਲੈ ਕੇ ਜਾਵੇਗਾ ਤੇ ਇਸ ਸਰੀਰ ਨੇ ਚੰਗੇ ਕੰਮ ਕਰਨੇ ਨੇ। ਜੇ ਸਾਡੇ ਵਿਚਾਰ ਚੰਗੇ ਹੋਣਗੇ ਤੇ ਇਹ ਸਰੀਰ ਜਿਹੜਾ ਹੈ ਇਹ ਪਰਉਪਕਾਰ ਕਰੇਗਾ, ਭਲਾ ਕਰੇਗਾ, ਇਹ ਚੰਗਾ ਸੋਚੇਗਾ, ਚੰਗਾ ਕਰੇਗਾ। ਜੇ ਵਿਚਾਰ ਜਿਹਨੂੰ ਮਨ ਕਹਿ ਦਿੰਦੇ ਆ ਆਪਾਂ, ਜੇ ਵਿਚਾਰ ਮਾੜੇ ਨੇ, ਜੇ ਮਨ ਮਾੜਾ ਹੈ ਤੇ ਇਹ ਸੁਭਾਵਿਕ ਗੱਲ ਹੈ ਵੀ ਸਰੀਰ ਵੀ ਜਿਹੜਾ ਹੈ ਉਹ ਫਿਰ ਮਾੜੇ ਪਾਸੇ ਤੁਰੇਗਾ। ਪਰ ਕਈ ਵਾਰ ਐਸਾ ਹੁੰਦਾ ਹੈ ਕਿ ਸਰੀਰ ਜਿਹੜਾ ਹੈ ਉਹ ਬਾਹਰੀ ਤੌਰ ਤੇ ਕੁਝ ਕੁ ਸਮੇਂ ਦੇ ਲਈ ਚੰਗੇ ਕਰਮ ਕਰਦਾ ਹੈ, ਪਰ ਮਨ ਜਿਹੜਾ ਹੈ ਉਹ ਜਿਉਂ ਦਾ ਤਿਉਂ ਉਸੇ ਤਰ੍ਹਾਂ ਹੀ ਭੈੜਾ ਤੇ ਮਾੜਾ ਬਣਿਆ ਰਹਿੰਦਾ ਹੈ। ਅੱਜ ਦੇ ਇਸ ਮੁਬਾਰਕ ਬਚਨ ਦੇ ਅੰਦਰ ਸਤਿਗੁਰੂ ਜੀ ਨੇ ਇਸ ਅਵਸਥਾ ਨੂੰ ਚਤੁਰਾਈ ਕਿਹਾ ਹੈ। ਚਤੁਰਾਈ ਦਾ ਭਾਵ ਇਹ ਹੈ ਵੀ ਬਾਹਰੋਂ ਸਰੀਰ ਦੇ ਨਾਲ ਕੁਝ ਕੁ ਕਰਮ ਜਿਹੜੇ ਨੇ ਉਹ ਕਰ ਲੈਣੇ, ਪਰ ਅੰਦਰੋਂ ਜਿਹੜਾ ਮਨ ਹੈ ਨਾ ਉਹ ਮਨ ਮਾੜਾ ਹੀ ਰੱਖਣਾ। ਐਗਜ਼ਾਮਪਲ ਦੇ ਤੌਰ ਤੇ ਆਪਾਂ ਇਸ ਗੱਲ ਨੂੰ ਸਮਝ ਲਈਏ ਕਿ ਬਾਹਰੋਂ ਸਰੀਰ ਦੇ ਤਲ ਤੇ ਤਾਂ ਸੇਵਾ ਕਰ ਲੈਣੀ, ਪਰਉਪਕਾਰ ਕਰ ਲੈਣਾ, ਪਰ ਅੰਦਰ ਵਿਚਾਰ ਜਿਹੜੇ ਨੇ ਉਹ ਅਜੇ ਵੀ ਨਫ਼ਰਤ, ਈਰਖਾ ਤੇ ਦਵੇਸ਼ ਵਾਲੇ ਨੇ। ਜਾਂ ਆਪਾਂ ਇਸ ਨੂੰ ਸੌਖੇ ਢੰਗ ਦੇ ਨਾਲ ਜੇ ਸਮਝਣਾ ਹੋਵੇ ਤੇ ਆਪਾਂ ਇਉਂ ਕਹਿ ਸਕਦੇ ਹਾਂ ਕਿ ਕਰਨਾ ਕੁਝ ਤੇ ਕਹਿਣਾ ਕੁਝ, ਅੰਦਰ ਕੁਝ ਤੇ ਬਾਹਰ ਕੁਝ ਹੋਰ। ਇਸ ਅਵਸਥਾ ਨੂੰ ਸਤਿਗੁਰੂ ਜੀ ਨੇ ਇਸ ਪਾਵਨ ਪੌੜੀ ਦੇ ਅੰਦਰ ਚਤੁਰਾਈ ਕਿਹਾ ਹੈ ਤੇ ਗੁਰੂ ਸਾਹਿਬ ਜੀ ਇਸ ਮਨ ਨੂੰ ਇਹ ਗੱਲ ਸੰਬੋਧਨ ਹੋ ਕੇ ਬਖਸ਼ਿਸ਼ ਕਰ ਰਹੇ ਨੇ। ਇਹ ਮਨ ਚੰਚਲਾ, ਸਤਿਗੁਰੂ ਜੀ ਨੇ ਇਸ ਮਨ ਨੂੰ ਚੰਚਲ ਕਿਹਾ ਹੈ। ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਇਸ ਮਨ ਨੂੰ ਪੰਖੀ ਵੀ ਕਿਹਾ, ਬਾਣੀ ਦੇ ਵਿੱਚ ਇਸ ਮਨ ਨੂੰ ਖੋਤਾ ਵੀ ਕਿਹਾ, ਖੁੱਟਹਰ। ਬਾਣੀ ਦੇ ਵਿੱਚ ਇਸ ਮਨ ਨੂੰ ਹਾਥੀ ਵੀ ਕਿਹਾ ਹੈ, ਮਨ ਕੁੰਚਰ ਕਾਇਆ ਉਦਿਆਨੇ। ਸੋ ਬਾਣੀ ਦੇ ਅੰਦਰ ਸਤਿਗੁਰੂ ਜੀ ਇਸ ਮਨ ਨੂੰ ਬੜੇ ਢੰਗ ਦੇ ਨਾਲ ਸੰਬੋਧਨ ਹੋ ਕੇ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨ ਚੰਚਲਾ। ਚੰਚਲ ਦੇ ਅਰਥ ਨੇ ਜਿਹੜਾ ਕਦੇ ਵੀ ਸੰਜੀਦਗੀ ਦੇ ਨਾਲ ਟਿਕ ਕੇ ਨਾ ਬੈਠਿਆ ਹੋਵੇ। ਜਿਹੜਾ ਆਪਾਂ ਇਉਂ ਕਹਿ ਲਈਏ ਵੀ ਜਿਹਦੇ ਜੀਵਨ ਦੇ ਅੰਦਰ ਕਦੇ ਸੰਜੀਦਗੀ ਨਾ ਆਈ ਹੋਵੇ, ਜਿਹੜਾ ਗਹਿਰ ਗੰਭੀਰ ਨਾ ਹੋਵੇ, ਜਿਹੜਾ ਕਿਸੇ ਵੀ ਗੱਲ ਨੂੰ ਗਹਿਰਾਈ ਦੇ ਵਿੱਚ ਜਾ ਕੇ ਪਰਖ ਪੜਚੋਲ ਨਾ ਕਰਦਾ ਹੋਵੇ। ਆਪਾਂ ਆਮ ਹੀ ਇਹ ਘਰ ਦੇ ਵਿੱਚ ਇਹ ਸ਼ਬਦ ਵਰਤ ਲੈਂਦੇ ਹਾਂ ਆਪਣੇ ਬੱਚਿਆਂ ਦੇ ਲਈ। ਜਦੋਂ ਕੋਈ ਰਿਸ਼ਤੇਦਾਰ ਬਾਹਰੋਂ ਆਵੇ, ਕੋਈ ਸੱਜਣ ਮਿੱਤਰ ਭੈਣ ਭਰਾ ਬਾਹਰੋਂ ਆਵੇ ਤੇ ਜਦੋਂ ਸਾਡੀਆਂ ਬੱਚਿਆਂ ਬਾਰੇ ਇਹ ਪੁੱਛ ਦੱਸ ਕਰਦਾ ਤੇ ਆਪਾਂ ਸੁਭਾਵਿਕ ਇਹ ਗੱਲ ਕਹਿ ਦਿੰਦੇ ਹਾਂ ਵੀ ਇਹ ਬੜਾ ਜਿਹੜਾ ਬੱਚਾ ਹੈ ਨਾ ਇਹ ਬੜਾ ਸੰਜੀਦਗੀ ਦੇ ਨਾਲ ਰਹਿਣ ਵਾਲਾ ਹੈ, ਬੜਾ ਸਹਿਜ ਸੁਭਾਅ ਵਾਲਾ ਹੈ, ਬੜੇ ਠਰਮੇ ਵਾਲਾ ਹੈ। ਤੇ ਜਿਹੜਾ ਆ ਹੈ
ਇਹ ਬੜਾ ਚੰਚਲ ਹੈ, ਇਹ ਹਰ ਵੇਲੇ ਇਹਨੇ ਕੁਝ ਨਾ ਕੁਝ ਕਰਦੇ ਰਹਿਣਾ ਹੈ, ਹਰ ਵੇਲੇ ਕੁਝ ਨਾ ਕੁਝ ਇਹ ਕਿਤੇ ਨਾ ਕਿਤੇ ਹੱਥ ਮਾਰੀ ਜਾਵੇਗਾ। ਇਹ ਬੜਾ ਚੰਚਲ ਹੈ ਜਦੋਂ ਆਪਾਂ ਦੋ ਬੱਚਿਆਂ ਦੀ ਗੱਲਾਂ ਕਰਦੇ ਹਾਂ। ਸੋ ਸਤਿਗੁਰੂ ਜੀ ਇੱਥੇ ਮਨ ਨੂੰ ਚੰਚਲ ਕਹਿੰਦੇ ਨੇ। ਚੰਚਲ ਤੋਂ ਭਾਵ ਹੈ ਜਿਹਦੇ ਜੀਵਨ ਦੇ ਅੰਦਰ ਕਦੇ ਸੰਜੀਦਗੀ ਨਾ ਆਈ ਹੋਵੇ, ਜਿਹਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਕਿਸੇ ਵਿਸ਼ੇ ਨੂੰ ਵਿਚਾਰਿਆ ਨਾ ਹੋਵੇ, ਸਮਝਿਆ ਨਾ ਹੋਵੇ, ਜਿਹਨੇ ਕਦੇ ਆਪਣੇ ਅੰਦਰ ਟਿਕਾ ਸਹਿਜ ਸੁਭਾਅ ਨਾ ਪੈਦਾ ਕੀਤਾ ਹੋਵੇ। ਇੱਕ ਮਨ ਚੰਚਲ ਹੈ ਤੇ ਦੂਸਰਾ ਮਨ ਹੈ ਟਿਕਾ ਵਾਲਾ, ਸਹਿਜ ਸੁਭਾਅ ਵਾਲਾ, ਸੰਜੀਦਗੀ ਵਾਲਾ। ਸਤਿਗੁਰੂ ਜੀ ਕਹਿੰਦੇ ਨੇ ਇਹ ਮਨ ਚੰਚਲਾ। ਗੁਰੂ ਸਾਹਿਬ ਜੀ ਇਸ ਮਨ ਨੂੰ ਸੰਬੋਧਨ ਹੋ ਕੇ ਇਹ ਵਿਚਾਰ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਇਹ ਚੰਚਲ ਮਨ ਚਤੁਰਾਈ ਕਿਨੇ ਨਾ ਪਾਇਆ। ਵੇਖ ਸਤਿਗੁਰੂ ਜੀ ਕਹਿਣ ਲੱਗੇ ਤੂੰ ਚਤੁਰਾਈਆਂ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਤੂੰ ਚਲਾਕੀਆਂ ਦੇ ਨਾਲ ਉਸ ਰੱਬ ਨੂੰ ਪਾਣਾ ਚਾਹੁੰਦਾ ਹੈ। ਉਹ ਆਨੰਦ, ਉਹ ਸੁੱਖ, ਉਹ ਅਹਿਸਾਸ ਤੂੰ ਆਪਣੇ ਜੀਵਨ ਦੇ ਅੰਦਰ ਚਤੁਰਾਈਆਂ ਤੇ ਚਲਾਕੀਆਂ ਦੇ ਨਾਲ ਲਿਆਣਾ ਚਾਹੁੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਚਤੁਰਾਈ ਕਿਨੇ ਨਾ ਪਾਇਆ। ਇੱਕ ਗੱਲ ਯਾਦ ਰੱਖੀ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਚਤੁਰਾਈ ਦੇ ਨਾਲ ਕਿਸੇ ਨੇ ਵੀ ਅੱਜ ਤੱਕ ਉਸ ਆਨੰਦ ਨੂੰ, ਉਸ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਕਿਸੇ ਨੇ ਵੀ, ਤੂੰ ਭਾਵੇਂ ਬੜੀਆਂ ਚਤੁਰਾਈਆਂ ਕਰਦਾ। ਹੁਣ ਚਤੁਰਾਈਆਂ ਤੋਂ ਭਾਵ ਇਹ ਹੈ ਵੀ ਮਨ ਜਿਹੜਾ ਹੈ ਨਾ ਉਹ ਬਾਹਰੋਂ ਕੁਝ ਹੋਰ ਵਿਖਾ ਰਿਹਾ ਤੇ ਅੰਦਰੋਂ ਕੁਝ ਹੋਰ ਹੈ। ਬਾਹਰੋਂ ਉਹ ਪੇਸ਼ ਆਪਣੇ ਆਪ ਨੂੰ ਕੁਝ ਹੋਰ ਕਰ ਰਿਹਾ ਹੈ ਪਰ ਅੰਦਰੋਂ ਕੁਝ ਹੋਰ ਹੈ, ਅੰਦਰ ਕੁਝ ਹੋਰ ਚੱਲ ਰਿਹਾ ਹੈ। ਇਹਨੂੰ ਕਹਿੰਦੇ ਆ ਚਤੁਰਾਈ, ਲਕੋ ਰੱਖਣਾ। ਸਤਿਗੁਰੂ ਜੀ ਇਸ ਮਨ ਨੂੰ ਇਹ ਗੱਲ ਸਮਝਾਉਂਦੇ ਨੇ, ਕਹਿਣ ਲੱਗੇ ਕਿ ਹੇ ਮਨਾ, ਤੂੰ ਚਤੁਰਾਈਆਂ ਦੇ ਨਾਲ ਉਸ ਪਰਮਾਤਮਾ ਨੂੰ, ਉਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਇਹ ਚਤੁਰਾਈਆਂ ਦੇ ਨਾਲ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੇਖੋ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਾਹਕਾਰ ਰਚਨਾ ਜਪ ਜੀ ਪੜ੍ਹਦੇ ਹਾਂ ਤੇ ਜਪ ਜੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਇਹ ਸਾਡੇ ਸਾਹਮਣੇ ਵਿਚਾਰ ਰੱਖੇ ਨੇ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਜੇ ਤੇਰੇ ਅੰਦਰ ਹਜ਼ਾਰਾਂ ਸਿਆਣਪਾਂ, ਇੱਥੇ ਸਿਆਣਪਾਂ ਦੇ ਅਰਥ ਨੇ ਚਤੁਰਾਈ, ਚਲਾਕੀਆਂ, ਤੇਰੇ ਅੰਦਰ ਹਜ਼ਾਰਾਂ ਸਿਆਣਪਾਂ ਚਲਾਕੀਆਂ ਹੋਣ, ਭਲਿਆ ਯਾਦ ਰੱਖੀ ਇਹ ਚਲਾਕੀਆਂ ਜਿਹੜੀਆਂ ਨੇ ਇਹ ਦੁਨੀਆ ਦੇ ਉੱਤੇ ਤੇ ਕੰਮ ਆ ਸਕਦੀਆਂ ਨੇ। ਦੁਨੀਆਦਾਰ ਜਿਹੜੇ ਨੇ ਉਹ ਇਹਨਾਂ ਚਲਾਕੀਆਂ ਦੇ ਹੇਠ ਆ ਸਕਦੇ ਨੇ, ਪਰ ਉਹ ਅਕਾਲ ਪੁਰਖ ਪਰਮਾਤਮਾ, ਉਹ ਸੱਚ ਜਿਹੜਾ ਹੈ, ਉਹ ਰੱਬੀ ਨਿਯਮ ਜਿਹੜੇ ਨੇ ਉਹ ਇਹਨਾਂ ਚਲਾਕੀਆਂ ਦੇ ਤਹਿਤ ਪ੍ਰਭਾਵਿਤ ਨਹੀਂ ਕੀਤੇ ਜਾ ਸਕਦੇ। ਰੱਬੀ ਨਿਯਮ ਦੁਨੀਆ ਤੇਰੇ ਇਹਨਾਂ ਚਲਾਕੀਆਂ ਤੋਂ ਪ੍ਰਭਾਵਿਤ ਹੋ ਸਕਦੀ ਹੈ, ਕੋਈ ਸ਼ੱਕ ਨਹੀਂ। ਬੰਦਾ ਕਰਦਾ ਹੈ, ਇਨਸਾਨ ਕਰ ਰਿਹਾ ਹੈ, ਅੰਦਰੋਂ ਮਨੁੱਖ ਕੁਝ ਹੋਰ ਹੈ, ਚਲਾਕੀ ਹੈ ਕੋਲ, ਸਿਆਣਪ ਹੈ, ਚਤੁਰਾਈ ਹੈ ਕੋਲ, ਬਾਹਰੋਂ ਪੇਸ਼ ਕੁਝ ਹੋਰ ਕਰਦਾ ਹੈ। ਆਪਾਂ ਵੇਖਦੇ ਹਾਂ ਕਿਵੇਂ ਅੱਜ ਧਰਮ ਦੀ ਦੁਨੀਆ ਦੇ ਅੰਦਰ ਹੀ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਚਤੁਰਾਈਆਂ ਤੇ ਆਪਣੀਆਂ ਚਲਾਕੀਆਂ ਦੇ ਨਾਲ ਭੋਲੀ ਭਾਲੀ ਜਨਤਾ ਦੇ ਉੱਤੇ ਆਪਣਾ ਇੱਕ ਪ੍ਰਭਾਵ ਪਾਇਆ ਹੈ। ਬਾਹਰੋਂ ਉਹ ਨਜ਼ਰ ਆ ਰਹੇ ਨੇ ਵੀ ਬੜੇ ਧਰਮੀ ਨੇ, ਬੜੇ ਮਹਾਂਪੁਰਸ਼ ਨੇ, ਇਹ ਬੜੇ ਰੱਬ ਦੇ ਪਿਆਰੇ ਨੇ, ਪਰ ਅੰਦਰ ਜਿਹੜਾ ਹੈ ਉਹ ਕੁਝ ਹੋਰ ਹੈ। ਅੰਦਰ ਬਿਲਕੁਲ ਉਸ ਦੇ ਉਲਟ, ਬਿਲਕੁਲ ਉਲਟ। ਆਪਾਂ ਉਹ ਸਾਖੀ ਪੜ੍ਹਦੇ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਨਨਾਥਪੁਰੀ ਦੀ ਧਰਤੀ ਦੇ ਉੱਤੇ ਗਏ ਤੇ ਉੱਥੇ ਇੱਕ ਕਲਯੁਗ ਨਾਮ ਦਾ ਪਾਂਡਾ ਜਿਹੜਾ ਹੈ
ਉਹ ਸਮਾਧੀ ਲਾ ਕੇ ਬੈਠਾ ਹੈ। ਮੈਂ ਬਹੁਤਾ ਸੰਖੇਪ ਦੇ ਵਿੱਚ ਨਹੀਂ ਜਾਣਾ ਕਿਉਂਕਿ ਇਹ ਸਾਖੀ ਆਪਾਂ ਬਹੁਤ ਵਾਰੀ ਸੁਣੀ ਹੈ। ਉਹ ਸਮਾਧੀ ਲਾ ਕੇ ਬੈਠਾ ਹੈ, ਚਲਾਕੀ ਤੇ ਚਤੁਰਾਈ ਵਰਤ ਕੇ ਅੱਖਾਂ ਬੰਦ ਕਰ ਲੈਂਦਾ ਹੈ, ਕਦੇ ਖੋਲ ਲੈਂਦਾ ਹੈ, ਵੇਖ ਲੈਂਦਾ ਵੀ ਕਟੋਰੇ ਦੇ ਵਿੱਚ ਪੈਸੇ ਆ ਰਹੇ ਨੇ, ਸਾਹਮਣੇ ਲੋਕ ਬੈਠੇ ਨੇ। ਆਪਣੀ ਚਲਾਕੀ ਤੇ ਚਤੁਰਾਈ ਦੇ ਨਾਲ ਉਹਨਾਂ ਸਾਹਮਣੇ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰ ਦਿੰਦਾ ਹੈ, ਉਹਨਾਂ ਨੂੰ ਕਾਇਲ ਕਰ ਦਿੰਦਾ ਹੈ, ਉਹਨਾਂ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਪਰ ਹੁਣ ਉਹਨਾਂ ਦੇ ਸਾਹਮਣੇ ਬੈਠੇ ਲੋਕਾਂ ਦੇ ਉੱਤੇ ਪ੍ਰਭਾਵ ਕਿਹੋ ਜਿਹਾ ਪਾਇਆ ਜਾ ਰਿਹਾ ਵੀ ਮੈਂ ਬੜਾ ਧਰਮੀ ਆ, ਮੈਨੂੰ ਤਿੰਨਾਂ ਪੁਰੀਆਂ ਦੇ ਦਰਸ਼ਨ ਹੋ ਰਹੇ ਨੇ, ਮੈਂ ਬੜਾ ਨੇੜੇ ਆ ਰੱਬ ਦੇ। ਪਰ ਅੰਦਰ ਚਲਾਕੀ ਜਿਹੜੀ ਹੈ, ਚਲਾਕੀ ਕਿਵੇਂ ਵਰਤ ਰਿਹਾ, ਚਤੁਰਾਈ ਕਿਵੇਂ ਵਰਤ ਰਿਹਾ, ਅੰਦਰ ਗੱਲ ਕੁਝ ਹੋਰ ਚੱਲ ਰਹੀ, ਅੰਦਰ ਸਾਰੀ ਮਾਇਆ ਦੀ ਖੇਡ ਹੈ। ਤੇ ਇਹ ਅੱਜ ਆਪਾਂ ਵੇਖਦੇ ਹਾਂ, ਉਸ ਵੇਲੇ ਇੱਕ ਕਲਯੁਗ ਪਾਂਡਾ ਸੀ, ਅੱਜ ਕਿੰਨੇ ਕਲਯੁਗ ਪਾਂਡੇ ਨੇ। ਅੱਜ ਕਿੰਨੇ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਨੇ। ਅੱਜ ਹਰ ਇਨਸਾਨ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਚਤੁਰਾਈ ਕਰਕੇ, ਚਲਾਕੀ ਕਰਕੇ ਉਹ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਪਾਣਾ ਚਾਹੁੰਦਾ ਹੈ। ਸਾਡੇ ਅੰਦਰ ਹੁੰਦਾ ਕੁਝ ਹੋਰ ਹੈ, ਪਰ ਅਸੀਂ ਚਲਾਕੀ ਵਰਤਦੇ ਹਾਂ। ਰੱਬ ਦੇ ਨਾਂ ਤੇ ਕੁਝ ਭੇਟਾ ਕਰਦੇ ਹੋ ਧਾਰਮਿਕ ਸਥਾਨ ਦੇ ਉੱਤੇ, ਇਹ ਕੀ ਅਸੀਂ ਚਲਾਕੀ ਕਰ ਰਹੇ ਹਾਂ ਨਾ। ਸੋ ਸਤਿਗੁਰੂ ਜੀ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋਹੈਂ, ਤੇਰੇ ਅੰਦਰ ਹਜ਼ਾਰਾਂ ਸਿਆਣਪਾਂ ਹੋਣ, ਚਲਾਕੀਆਂ ਹੋਣ, ਕੋਈ ਸ਼ੱਕ ਨਹੀਂ ਤੂੰ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਰ ਉਸ ਅਕਾਲ ਪੁਰਖ ਪਰਮਾਤਮਾ ਨੂੰ, ਉਸ ਸੱਚ ਨੂੰ, ਰੱਬੀ ਨਿਯਮਾਂ ਨੂੰ ਤੂੰ ਇਹਨਾਂ ਚਲਾਕੀਆਂ ਦੇ ਨਾਲ ਪ੍ਰਭਾਵਿਤ ਨਹੀਂ ਕਰ ਸਕਦਾ। ਜਿਹੜੇ ਰੱਬੀ ਨਿਯਮ ਨੇ ਨਾ, ਜਿਹੜਾ ਕੁਦਰਤੀ ਲਾਅ ਹੈ, ਉਸ ਕੁਦਰਤੀ ਲਾਅ ਨੂੰ ਤੂੰ ਇਹਨਾਂ ਚਲਾਕੀਆਂ ਦੇ ਨਾਲ ਪ੍ਰਭਾਵਿਤ ਨਹੀਂ ਕਰ ਸਕਦਾ। ਉਸ ਲਾਅ ਦੇ ਮੁਤਾਬਕ ਚੱਲੇਗਾ ਤੇ ਤਾਂ ਉਹਨੂੰ ਪ੍ਰਭਾਵਿਤ ਕਰੇਗਾ। ਤੇਰੀਆਂ ਚਲਾਕੀਆਂ ਦੇ ਮੁਤਾਬਕ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਸੋ ਸਤਿਗੁਰੂ ਜੀ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹੇ ਚੰਚਲ ਮਨ, ਚਤੁਰਾਈ ਦੇ ਨਾਲ ਅੱਜ ਤੱਕ ਵੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਿਸੇ ਵੀ ਪ੍ਰਾਪਤ ਨਹੀਂ ਕੀਤਾ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਸਤਿਗੁਰੂ ਜੀ ਮਨ ਨੂੰ ਆਪਣੇ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਂਦੇ ਨੇ। ਹੁਣ ਜਦੋਂ ਇਹ ਸ਼ਬਦ ਅਸੀਂ ਪੜਾਂਗੇ, ਅਸੀਂ ਆਪਣੇ ਮਨ ਨੂੰ ਸੰਬੋਧਨ ਕਰਾਂਗੇ ਵੀ ਮਨਾ ਤੂੰ ਹੀ ਬੜੀਆਂ ਚਲਾਕੀਆਂ ਕਰਦਾ ਹੈ। ਜਦੋਂ ਤੂੰ ਗੁਰਦੁਆਰੇ ਜਾਂਦਾ ਹੈ ਉਦੋਂ ਤੂੰ ਬਹੁਤ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ। ਜਦੋਂ ਤੂੰ ਗੁਰਦੁਆਰੇ ਇੰਟਰ ਕਰਦਾ ਹੈ ਉਦੋਂ ਤੇਰਾ ਵਰਤੋਂ ਵਿਹਾਰ ਕੁਝ ਹੋਰ ਹੈ। ਜਦੋਂ ਤੂੰ ਗੁਰਦੁਆਰੇ ਬਾਹਰ ਆ ਜਾਂਦਾ ਉਦੋਂ ਤੇਰਾ ਵਰਤੋਂ ਵਿਹਾਰ ਕੁਝ ਹੋਰ ਹੈ। ਜਦੋਂ ਤੂੰ ਗੁਰਦੁਆਰੇ ਜਾਣਾ ਉਦੋਂ ਤੂੰ ਬਿਲਕੁਲ ਕਿਸੇ ਹੋਰ ਢੰਗ ਦੇ ਨਾਲ ਵਿਚਰਦਾ, ਤੇ ਜਦੋਂ ਤੂੰ ਗੁਰਦੁਆਰੇ ਬਾਹਰ ਨਿਕਲਦਾ ਫਿਰ ਤੂੰ ਬਿਲਕੁਲ ਕਿਸੇ ਹੋਰ ਤਰ੍ਹਾਂ ਵਿਚਰਦਾ। ਜਦੋਂ ਤੂੰ ਗੁਰਦੁਆਰੇ ਜਾਣਾ ਉਦੋਂ ਖੋ ਖੋ ਕੇ ਇੱਕ ਦੂਸਰੇ ਦੇ ਕੋਲੋਂ ਸੇਵਾਵਾਂ ਕਰਦਾ, ਪਰ ਜਦੋਂ ਤੂੰ ਗੁਰਦੁਆਰਿਓਂ ਬਾਹਰ ਨਿਕਲਦਾ ਤੇਰੇ ਸਾਹਮਣੇ ਸੇਵਾ ਦਾ ਮੌਕਾ ਮਿਲਦਾ, ਤੂੰ ਉੱਥੇ ਕਰਨ ਨੂੰ ਤਿਆਰ ਨਹੀਂ ਹੈ, ਚਲਾਕੀਆਂ ਨਹੀਂ ਕਰ ਰਿਹਾ। ਸੋ ਸਤਿਗੁਰੂ ਜੀ ਕਹਿੰਦੇ ਨੇ ਚਤੁਰਾਈ ਨਾ ਪਾਇਆ ਕਿਨੇ, ਕਿਸੇ ਨੇ ਵੀ ਚਤੁਰਾਈ ਦੇ ਨਾਲ, ਚਲਾਕੀ ਦੇ ਨਾਲ ਉਸ ਪਰਮਾਤਮਾ ਨੂੰ, ਉਸ ਆਨੰਦ ਨੂੰ ਪ੍ਰਾਪਤ ਨਹੀਂ ਕੀਤਾ। ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨ ਤੂੰ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਮਾਇਆ ਜਿਹੜੀ ਹੈ ਇਹ ਮਨ ਨੂੰ ਮੋਹ ਲੈਣ ਵਾਲੀ ਹੈ। ਬਾਣੀ ਨੇ ਵਰਤਿਆ ਨਾ ਸ਼ਬਦ, ਮਾਇਆ ਮਮਤਾ ਮੋਹਣੀ ਜਿਨ ਵਿਣ ਤੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ।
जिन्हें सच नाम चित लाया। सतगुरु जी कहते ने यह माया मोहनी, ये माया मन नूं मोह लैण वाली है। जिन्हें एत भरम भुलाया, जिसने तेरे अंदर आप भरम पा दिता। माया की अपनत ने, माया दे मोह ने तेरे अंदर आप भरम पा दिता। केड़ा भरम? तेनू लग्या भी मैं चलाकियां करके, होशियारियां करके मैं जिवें दुनिया दे उत्ते प्रभाव पा लेना, दुनिया की निगाह के अंदर मैं कबूल हो जाना, प्रवान हो जाना, उवें मैं रब की निगाह के अंदर भी प्रवान हो जावांगा। पर सतगुरु जी की बाणी का अटल नियम है, गुरु साहिब जी अटल फैसला देंदे ने। सतगुरु जी कह लगे उथै सच्चो ही सच निपड़ै। उथे नबेड़ा जिहड़ा ना वो सच ते होना है। उथे तेरियां चलाकियां, तेरियां चतुराइयां, इन्हां किसे दे उत्ते भी नबेड़ा नहीं होना। आपां भगत कबीर साहब जी का बचन पढ़ते ना, क्या जप क्या तप क्या व्रत पूजा, जाके हृदय भाव है दूजा, रे जन मन माधो स्यों लाइए। सतगुरु जी कह लगे हे भाई अपना मन उस माया दे पति परमात्मा दे नाल जोड़। चतुराई ना चतुर्भुज पाइए, चतुराई कितियां उस अकाल पुरख परमात्मा नूं प्राप्त नहीं किया जा सकता। ते गुरु साहब जी ने ते बड़े स्पष्ट लफ्ज़ों के अंदर सानू ये गल समझाई है, तजो सियाणप सुरजनो सिमरो हर हर राय। सतगुरु जी कह लगे आ सारियां चलाकियां जिहड़ियां ने ना, आ चतुराइयां जिहड़ियां तू कर रहा है, ये सारियां छड्ड दे ते कर की सिमरो हर हर राय। उस एक अकाल पुरख परमात्मा नूं सिमर, उस एक नूं ध्या। हुण तू किन्नियां चलाकियां करदा, तू एक नूं भी ध्याउण दीयां गल्लां करी जाना ते नाल नाल तू होर भी बड़े ऐसे रखे ने जिन्हां दी तू पूजा कर रहे हैं। तू एक अकाल पुरख परमात्मा की भी गल कर जाना, फिर भी जाके तू कदे मड़ियां ते दीवे जगा देना, कदे तू दरख्तां नूं मत्थे टेकी जाना, कदे तू जोतशियां दे कोल तुरिया जाना, कदे तू पांदियां दे कोल तुरिया जाना, कदे तू देहधारी ते बाबियां दे कोल तुरिया जाना। सतगुरु जी कह लगे ये चलाकी नहीं तो होर की है। तू गुरुद्वारे आके भी कह देना सब ते वड्डा सतगुरु नानक जिन कल राखी मेरी, ते फिर तू जाके जोतशी के पैरों च बैठा होना भी मैनू कोई मंत्र दवो, मैनू कोई नग वाली मुंदरी दवो, मैनू कोई धागा कोई तवीत दवो जिहड़ी मेरी रखिया करे। तू पढ़ भी जाना राखा एक हमारा स्वामी। सतगुरु जी कह लगे आ चलाकियां आ तेरियां चलाकियां ने, ते इन्हां चलाकियां नूं छड्ड। गुरु अर्जन साहब जी कहते हैं तजो सियाणप सुरजनो सिमरो हर हर राय। उस एक अकाल पुरख परमात्मा नूं ध्या। खैर सतगुरु जी कहते हैं यह माया मोहनी जिन एत भरम भुलाया। माया के मोह दे विच पै के तेनों ये भरम पैदा हो गया भी शायद रब ने तेनों, उस आनंद ने तेनों चलाकियां दे नाल ते चतुराइयां दे नाल मिलना है। पर गुरु साहब जी कहते माया ता मोहनी तिन्नै कीती जिन ठगोली पाईया। अच्छा माया की अपनत जिहड़ी है ना, ये माया भी उस अकाल पुरख परमात्मा दे वल्लों बनाई हुई है। ते इसका मोह भी जिहड़ा है ना, ये भी उस परमात्मा ने इस जीव नूं चंबेड़िया है। ये माया के मोह की ठग बूटी जिहड़ी है, ये भी उस परमात्मा के एक सिस्टम के अंदर जीव नूं मिली है। मैं अक्सर इस गल नूं बयान करया करदा भी जिवें कोई संस्था वो खिडारी नूं खिडाउंदी है ते उन्होंने एक एम देती है। मन के चलो एक आपां प्रोग्राम वेखदे हुंदे सी डर के आगे जीत, डर के आगे जीत एक टीवी दे विच प्रोग्राम आउंदा सी।
ਤੇ ਉਹਦੇ 'ਚ ਕੀ ਕਰਿਆ ਕਰਦੇ ਸਨ, ਉਹ ਇੱਕ ਏਮ ਦਿੰਦੇ ਸਨ ਖੇਡਣ ਵਾਲੇ ਉਸ ਖਿਡਾਰੀ ਨੂੰ, ਉਸ ਕੈਂਡੀਡੇਟ ਨੂੰ, ਵੀ ਤੂੰ ਇਸ ਏਮ ਤੇ ਪਹੁੰਚਣਾ ਹੈ। ਫਿਰ ਉਹਨਾਂ ਦੇ ਵੱਲੋਂ ਹੀ ਉਹਦੇ ਰਸਤੇ ਦੇ ਵਿੱਚ ਬੇਅੰਤ ਔਂਕੜਾਂ ਜਿਹੜੀਆਂ ਨੇ, ਬੇਅੰਤ ਪਰੇਸ਼ਾਨੀਆਂ ਤੇ ਬੇਅੰਤ ਅੜਚਣਾਂ ਜਿਹੜੀਆਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਸਨ। ਉਹਨਾਂ ਦਾ ਇੱਕ ਉਹਦੇ ਨਾਲ ਆਪਾਂ ਕਹਿ ਸਕਦੇ ਵੀ ਇੱਕ ਸ਼ਰਤ ਹੁੰਦੀ ਸੀ ਵੀ ਜੇ ਤੂੰ ਸਾਡੀਆਂ ਇਹ ਪੈਦਾ ਕੀਤੀਆਂ ਅੜਚਣਾਂ ਨੂੰ ਪਾਰ ਕਰਕੇ ਸਾਡੇ ਦੱਸੇ ਹੋਏ ਏਮ ਤੇ ਪਹੁੰਚ ਗਿਆ ਤੇ ਤੂੰ ਸਾਡੇ ਵੱਲੋਂ ਵਿਨਰ ਹੈ। ਸੋ ਸੇਮ ਉਸੇ ਢੰਗ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਇਹ ਮਾਇਆ ਪੈਦਾ ਕੀਤੀ ਹੈ ਤੇ ਉਹਨੇ ਹੀ ਇਹ ਜੀਵ ਪੈਦਾ ਕੀਤਾ ਹੈ। ਇਸ ਜੀਵ ਰੂਪੀ ਖਿਡਾਰੀ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਇੱਕ ਏਮ ਦਿੱਤਾ ਹੈ। ਉਹ ਏਮ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਸਤਿਗੁਰੂ ਜੀ ਨੇ ਇਸ ਖਿਡਾਰੀ ਅਤੇ ਉਸ ਏਮ ਦੇ ਵਿੱਚ ਮਾਇਆ ਦੀਆਂ ਬੇਅੰਤ ਅੜਚਣਾਂ ਜਿਹੜੀਆਂ ਸਨ ਉਹ ਪੈਦਾ ਕਰ ਦਿੱਤੀਆਂ ਤੇ ਇਸ ਜੀਵ ਰੂਪੀ ਖਿਡਾਰੀ ਨੂੰ ਸਤਿਗੁਰੂ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਹੁਕਮ ਕੀਤਾ, ਜੇ ਤਾਂ ਤੂੰ ਇਹਨਾਂ ਅੜਚਣਾਂ ਤੋਂ ਪਾਰ ਹੋ ਕਰਕੇ ਮੇਰੇ ਦੱਸੇ ਇਸ ਏਮ ਤੱਕ ਪਹੁੰਚ ਗਿਆ ਤੇ ਤੂੰ ਮੇਰੇ ਦਰ ਤੇ ਵਿਨਰ ਹੈ, ਤੂੰ ਮੇਰੇ ਦਰ ਤੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਨ ਹੈ। ਤੇ ਜੇ ਤੂੰ ਇਹਨਾਂ ਅੜਚਣਾਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਫਿਰ ਤੂੰ ਜ਼ਿੰਦਗੀ ਦੀ ਬਾਜੀ ਹਾਰ ਜਾਵੇਂਗਾ, ਫਿਰ ਤੂੰ ਮੇਰੇ ਵੱਲੋਂ ਵਿਨਰ ਨਹੀਂ ਹੈ ਕਿਉਂਕਿ ਤੂੰ ਮੇਰੇ ਏਮ ਤੇ ਨਹੀਂ ਪਹੁੰਚ ਸਕਿਆ। ਫਿਰ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਵਾਲੀ ਗੱਲ ਬਣੇਗੀ। ਸੋ ਸਤਿਗੁਰੂ ਜੀ ਨੇ ਇਸ ਪੰਕਤੀ ਦੇ ਅੰਦਰ ਜਿਹੜੀ ਗੱਲ ਸਮਝਾਈ ਹੈ, ਮਾਇਆ ਤਾਂ ਮੋਹਣੀ ਤੀਨੈ ਕੀਤੀ ਜਿਨ ਠਗੋਲੀ ਪਾਈਆ। ਇਹ ਮਾਇਆ ਦਾ ਮੋਹ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਤੇ ਇਹ ਜੀਵ ਨੂੰ ਚੰਗੋੜੀ ਵੀ ਉਸ ਪਰਮਾਤਮਾ ਨੇ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਬੰਦਿਆ ਤੂੰ ਮਾਇਆ ਤੋਂ ਸਦਕੇ ਜਾਣਾ ਹੈ, ਤੂੰ ਮਾਇਆ ਤੋਂ ਕੁਰਬਾਨ ਹੋਣਾ ਹੈ, ਤੂੰ ਮਾਇਆ ਦੀ ਆਪਣਾ ਤਾਂ ਦੇ ਲਈ ਸਭ ਕੁਝ ਵਾਰ ਦੇਣਾ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਕੁਰਬਾਨ ਹੋਣਾ ਹੈ। ਜੇ ਸਦਕੇ ਜਾਣਾ ਤੇ ਉਸ ਅਕਾਲ ਪੁਰਖ ਪਰਮਾਤਮਾ ਤੋਂ, ਉਸ ਸੱਚ ਤੋਂ, ਉਹਨਾਂ ਰੱਬੀ ਨਿਯਮਾਂ ਤੋਂ ਕੁਰਬਾਨ ਹੋ ਜਿਨ੍ਹਾਂ ਰੱਬੀ ਨਿਯਮਾਂ ਨੇ ਇਸ ਮਾਇਆ ਨੂੰ ਪੈਦਾ ਕੀਤਾ ਹੈ। ਜਿਸ ਅਕਾਲ ਪੁਰਖ ਪਰਮਾਤਮਾ ਨੇ ਇਹ ਮਾਇਆ ਬਣਾਈ ਹੈ, ਜਿਸ ਮਾਇਆ ਦੇ ਭਰਮ ਦੇ ਵਿੱਚ ਤੂੰ ਚਤੁਰਾਈਆਂ ਤੇ ਚੰਚਲਤਾਈਆਂ ਦੇ ਨਾਲ ਉਸ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਤਿੰਨ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿੰਨੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਜਿਸ ਪਰਮਾਤਮਾ ਨੇ ਇਹ ਮਾਇਆ ਦਾ ਮਿੱਠਾ ਮੋਹ ਇਨਸਾਨ ਨੂੰ ਲਾਇਆ ਹੈ, ਉਸ ਪਰਮਾਤਮਾ ਤੋਂ ਸਦਕੇ ਜਾ, ਕੁਰਬਾਨ ਜਾ, ਤਾਂ ਕਿ ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਮਾਇਆ ਦਾ ਪ੍ਰਭਾਵ ਜਿਹੜਾ ਹੈ ਇਹ ਘਟ ਸਕੇ, ਇਹ ਖਤਮ ਹੋ ਸਕੇ। ਤੇ ਅਖੀਰ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਹਿ ਨਾਨਕ ਮਨ ਚੰਚਲ, ਨਾਨਕ ਇਹ ਗੱਲ ਆਖਦਾ ਹੈ ਹੇ ਚੰਚਲ ਮਨ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਦੇ ਨਾਲ, ਚਲਾਕੀਆਂ ਦੇ ਨਾਲ, ਸਿਆਣਪਾਂ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤੇ ਚਤੁਰਾਈਆਂ ਕੀ ਨੇ? ਚਤੁਰਾਈਆਂ ਇਹ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਤੂੰ ਕੁਝ ਹੋਰ ਹੈ। ਸੋ ਸਤਿਗੁਰੂ ਜੀ ਕਹਿ ਲਗੇ ਇਹ ਚਤੁਰਾਈਆਂ ਛੱਡ, ਜੋ ਤੂੰ ਅੰਦਰੋਂ ਹੈ ਉਹ ਤੂੰ ਬਾਹਰੋਂ ਬਣ ਤੇ ਜੋ ਤੂੰ ਬਾਹਰੋਂ ਹੈ ਉਹ ਤੂੰ ਅੰਦਰੋਂ ਬਣ। ਜਿੱਦਣ ਇਹੋ ਜਿਹਾ ਜੀਵਨ ਤੈਨੂੰ ਜਿਉਣਾ ਆ ਗਿਆ ਉਦਣ ਤੂੰ ਪਰਮਾਤਮਾ ਦੇ ਦਰ ਤੇ ਵਿਨਰ ਹੈ, ਉਹਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ। ਸੋ ਆਓ ਗੁਰੂ ਕਿਰਪਾ ਕਰੇ ਆਪਾਂ ਵੀ ਚਤੁਰਾਈਆਂ ਤੇ ਚਲਾਕੀਆਂ ਨੂੰ ਛੱਡ ਕੇ ਸਹਿਜ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਣ ਦਾ ਯਤਨ ਕਰੀਏ, ਚੰਚਲਤਾਈਆਂ ਛੱਡੀਏ, ਆਪਣੀ ਮੱਤ ਨੂੰ ਤਿਆਗੀਏ, ਗੁਰੂ ਦੀ ਮੱਤ ਲਈਏ, ਆਪਣੀ ਅਕਲ ਆਪਣੀ ਸਿਆਣਪ ਛੱਡ ਕੇ ਗੁਰੂ ਦੇ ਦਰ ਤੇ ਇਹ ਗੱਲ ਕਹੀਏ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।